सतगुरु साहिब जियो। सूही महला पहला, मेरा मन राता गुण रवै मन भावै सोई। गुर की पौड़ी साच की साचा सुख होई। मेरा मन राता गुण रवै मन भावै सोई। गुर की पौड़ी साच की साचा सुख होई। सुख सहज आवै साच भावै, साच की मत क्यों टलै। इशनान दान सुज्ञान मजन, आप अछल्यो क्यों छलै। पर पंच मोह विकार थाके, कूड़ कपट न दोई। मेरा मन राता गुण रवै मन भावै सोई। साहिब सो सालाहियै जिन कारण किया। मैल लागी मन मैलियै किनै अमृत पिया। मथ अमृत पिया एह मन दिया। गुर पै मोल कराया। आपनड़ा प्रभ सहज पछाता, जामन साचै लाया। तिस नाल गुण गावां जे तिस पहावां, क्यों मिलै होए पराया। साहिब सो सालाहियै जिन जगत उपाया। साहिब सो सालाहियै जिन जगत उपाया। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अजीम अपार बख्शिश। शाम समय असी सत्संगत का समा माण रहे हैं। इस वक्त विच असी गुरबाणी व्याख्या करते हैं, जिस अंदर सूही राग के बचन गुरु नानक साहब द्वारा पहले जामे दे विच उच्चारण किए गए छंतां की विचार हो रही है। छंत एक बाणी स्वरूप है, मोस्टली असी जानते हैं, बट इट्स ए काइंड ऑफ वे ऑफ राइटिंग पोइट्री। सो गुरु बाबा जी ने काफ़ी इस ग्रामेटिक सिस्टम ने यूज़ किया गुरबाणी नूं रचन वास्ते। सो अगलेरा छंत अज तो प्रारंभ हो रहा है। वैसे 4 पदे ने ये, पर अपन शुरुआती ये जो कुछ 2 पदे पढ़े ने विचार प्रारंभ कर रहे हाँ। महाराज ये बयान कर दे कि मेरा मन राता गुण रवै मन भावै सोई। गुर की पौड़ी साच की साचा सुख होई। मेरा मन राता गुण रवै मन भावै सोई। अपने मन वाली गल है ये। गुरबाणी दे अराउंड मोस्टली तुहानूं वार वार ही बात मिलेगी। बिकॉज जदों असी स्पिरिचुअलिटी दी रिलीजियस एक्सरसाइज की गल करते हैं, दैट मीन वी हैव टू हैव सेल्फ टॉक। वी हैव टू हैव एड्रेस आवर ओन कॉन्शियस, आवर ओन साइकी, आवर ओन एक्चुअली माइंड। जे असी अपने
ਮਾਈਂਡਸੈਟ ਨੂੰ ਠੀਕ ਨਹੀਂ ਕਰ ਪਾਏ ਤੇ ਡੈਫੀਨਿਟਲੀ ਸਾਡਾ ਕੁਝ ਵੀ ਨਹੀਂ ਸਵਰੇਗਾ ਤੇ ਬਾਹਰ ਕੋਈ ਸਾਡੇ ਬਿਹੇਵੀਅਰ ਵਿੱਚ ਚੇਂਜਸ ਜਾਂ ਕੋਈ ਇਹੋ ਜਿਹਾ ਰਿਜ਼ਲਟ ਪ੍ਰੋਡਿਊਸ ਨਹੀਂ ਹੋਏਗਾ। ਰੱਬ ਦਾ ਪਾਉਣਾ ਬਾਣੀ ਮੁਤਾਬਕ ਜੇ ਮੈਂ ਸਰਲ ਕਰਕੇ ਕਹਾਂ ਤੇ ਹੋਰ ਕੁਝ ਨਹੀਂ, ਰੱਬ ਦੇ ਸੁਭਾਅ ਦਾ ਪਾਉਣਾ ਆ। ਜਿਸ ਨੇ ਰੱਬ ਨੂੰ ਪਾਉਣਾ ਹੈ, ਰੱਬ ਵਰਗਾ ਸੁਭਾਅ ਬਣਾਉਣਾ ਹੈ। ਜੇ ਰੱਬ ਵਰਗਾ ਸੁਭਾਅ ਨਹੀਂ ਬਣੇਗਾ, ਰੱਬ ਦਾ ਸੁਭਾਅ ਕਿਵੇਂ ਹੈ? ਦਿਆਲੂ, ਫੁੱਲ ਵਿਦ ਕੰਪੈਸ਼ਨ। ਰੱਬ ਦਾ ਸੁਭਾਅ ਕਿਵੇਂ ਹੈ? ਧੀਰਜ ਵਾਲਾ, ਫੁੱਲ ਵਿਦ ਪੇਸ਼ੈਂਸ। ਰੱਬ ਦਾ ਸੁਭਾਅ ਕਿਵੇਂ ਹੈ? ਪਿਆਰ, ਫੁੱਲ ਵਿਦ ਲਵ। ਰੱਬ ਦਾ ਸੁਭਾਅ ਕਿਵੇਂ ਹੈ? ਫੁੱਲ ਵਿਦ ਫੋਰਗਿਵਨੈਸ, ਮੁਆਫ ਕਰਨ ਵਾਲਾ। ਰੱਬ ਦਾ ਸੁਭਾਅ ਕਿਵੇਂ ਦਾ ਹੈ? ਸਭ ਨੂੰ ਇੱਕੋ ਰੂਪ ਵਿੱਚ ਤੱਕਣਾ, ਬਿਲਕੁਲ ਜਿਹੜਾ ਆ ਨੋ ਡਿਸਕ੍ਰਿਮੀਨੇਸ਼ਨ, ਟੋਟਲ ਇਕੁਅਲੀ ਟਰੀਟ ਕਰਨਾ ਸਾਰਿਆਂ ਨੂੰ। ਸੋ ਇਹ ਜਿਹੜੀ ਰੂਪਤਾ ਆ ਇਹ ਬੰਦੇ 'ਚ ਆ ਜਾਏ। ਮਗਰ ਮਨ ਦੀ ਦੁਨੀਆ ਪਹਿਲੇ ਲੈਵਲ 'ਤੇ ਨਫ਼ਰਤ ਨਾਲ ਭਰੀ ਹੈ। ਜੇ ਨਫ਼ਰਤ ਨਾਲ ਭਰੀ ਹੈ ਫਿਰ ਈਰਖਾ ਹੈ, ਦੁਆਇਖ ਹੈ, ਇਹ ਚੀਜ਼ਾਂ ਇਹ ਫੋਰਸਸ ਚਲਾ ਰਹੀਆਂ ਨੇ। ਤੇ ਉਹਨੂੰ ਫਿਰ ਕੰਪੈਸ਼ਨ ਕਿਵੇਂ ਸਮਝ ਆਏਗਾ? ਉਹਦੇ 'ਚ ਤਾਂ ਬੰਦਾ ਸੈਲਫਿਸ਼ ਹੋ ਜਾਏਗਾ। ਤੇ ਬੰਦਾ ਜਿੰਨਾ ਸੈਲਫਿਸ਼ ਹੋਏਗਾ ਉਨਾ ਜ਼ਿਆਦਾ ਦੁਖੀ ਹੋਏਗਾ। ਫਿਰ ਵਾਰ-ਵਾਰ ਸੋਚੇਗਾ ਮੈਨੂੰ ਕੋਈ ਲਾਈਕ ਨਹੀਂ ਕਰਦਾ, ਮੇਰੇ ਖਿਲਾਫ ਹੀ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ, ਦੁਨੀਆ ਸਾਰੀ ਮੇਰੇ ਖਿਲਾਫ ਬਣੀ ਪਈ ਹੈ, ਮੈਨੂੰ ਹੀ ਸਾਰੇ ਹਰਡਲਸ ਆ ਰਹੇ ਨੇ। ਇਸ ਤਰੀਕੇ ਦੀ ਬਾਤ ਸਟੋਰੀ ਸ਼ੁਰੂ ਹੋ ਜਾਏਗੀ। ਫਿਰ ਪਰਸੀਵ ਵੀ ਐਵੇਂ ਕਰਾਂਗੇ ਦੁਨੀਆ ਸਾਰੀ। ਇੱਕ ਲੈਵਲ 'ਤੇ ਜਾ ਕੇ ਲੋਕਾਂ ਨੂੰ ਆਪਣੇ ਮਾਂ-ਬਾਪ ਵੀ ਆਪਣੇ ਦੁਸ਼ਮਣ ਲੱਗਦੇ ਨੇ, ਭੈਣ ਭਰਾ ਵੀ ਦੁਸ਼ਮਣ ਲੱਗਦੇ ਨੇ, ਹਰ ਚੀਜ਼ ਦੁਸ਼ਮਣ ਲੱਗਦੀ, ਸਾਰੇ ਹੀ ਮੇਰੇ ਖਿਲਾਫ ਨੇ। ਐਕਚੁਅਲ ਲੈਵਲ 'ਤੇ ਕੁਝ ਵੀ ਨਹੀਂ ਖਿਲਾਫ, ਮਨ ਖਿਲਾਫ ਹੈ, ਵਿਚਾਰ ਖਿਲਾਫ ਨੇ, ਥਾਟ ਪ੍ਰੋਸੈਸ ਨਹੀਂ ਠੀਕ ਹੈਗਾ। ਸੋ ਇਸ ਲੈਵਲ 'ਤੇ ਜਦੋਂ ਬੰਦਾ ਆਪਣੇ ਆਪ ਨੂੰ ਗੱਲ ਕਰੇਗਾ, ਦੇਖੇਗਾ, ਸਮਝਾਏਗਾ, ਸੁਧਾਰੇਗਾ, ਚੀਜ਼ਾਂ ਸੁਧਰਨਗੀਆਂ। ਅੰਦਰ ਸੁਧਰਨ ਦੇ ਨਾਲ ਬਾਹਰ ਵੀ ਸੁਧਰੇਗਾ, ਵਿਹਾਰ ਸੁਧਰੇਗਾ, ਤੁਹਾਡੇ ਬਿਹੇਵੀਅਰ 'ਚ ਚੇਂਜਸ ਆਉਣਗੇ, ਇੰਪਰੂਵਮੈਂਟ ਹੋਏਗੀ। ਇਸ ਸਭ ਨੂੰ ਫਿਰ ਗੁਰੂ ਬਾਬਾ ਜੀ ਨੇ ਜਿਸ ਐਕਸਰਸਾਈਜ਼ ਨਾਲ ਜੋੜਿਆ ਆ ਉਹਨੂੰ ਅਸੀਂ ਮਾਈਂਡਫੁਲਨੈਸ ਕਹਿ ਸਕਦੇ ਹਾਂ। ਆਪਣੇ ਆਪ ਨੂੰ ਅਵੇਅਰ ਕਰਨਾ, ਆਪਣੇ ਆਪ ਨੂੰ ਜਾਗਰਤ ਕਰਨਾ। ਇਹ ਜੋ ਸ਼ਬਦ ਹੈ ਗੁਰਦੇਵ ਕਹਿੰਦੇ ਮੇਰਾ ਮਨ ਰਾਤਾ ਗੁਣ ਰਵੈ। ਮੇਰਾ ਮਨ ਰਤ ਗਿਆ। ਰਤਨ ਦਾ ਮਤਲਬ ਹੁੰਦਾ ਇਨਵੋਲਵ ਹੋ ਜਾਣਾ। ਇਹਨੂੰ ਇਸ ਤਰ੍ਹਾਂ ਜਾਣੋ ਕਿ ਜਿਤਨੀ ਵੀ ਦੁਨੀਆ ਆ, ਸਪੋਜ਼ ਜਿਹੜਾ ਵੈਸਟਰਨਾਈਜ਼ ਵਰਲਡ ਸੀਗਾ ਜਾਂ ਉਸ ਤੋਂ ਪਹਿਲਾਂ ਮਿਡਲ ਈਸਟ ਵਿੱਚ ਜਿਹੜੇ ਸਕੂਲ ਪੈਦਾ ਹੋਏ ਧਰਮ ਦੇ, 4 ਮੇਨ ਸਕੂਲ ਉੱਥੇ ਪੈਦਾ ਹੁੰਦੇ ਨੇ। ਜਿਹੜੇ 5 ਐਲੀਮੈਂਟਸ ਨੇ ਜਿਨ੍ਹਾਂ ਦੇ ਵਿੱਚ ਪਾਣੀ ਹੈ, ਮਿੱਟੀ ਹੈ, ਹਵਾ ਆ ਤੇ ਅਗਨੀ ਹੈ। ਸੋ ਥੀਸ ਆਰ ਦਾ 4 ਐਲੀਮੈਂਟਸ। ਉਹ ਇਹਦੇ 'ਚ ਬਿਲੀਵ ਕਰਦੇ। ਉਹਨਾਂ ਦੇ ਸਾਰੇ ਸਾਰ ਧਰਮ ਗ੍ਰੰਥ ਸਭ ਇਹਦੇ 'ਚ ਵਾਰ-ਵਾਰ ਇਹਦਾ ਜ਼ਿਕਰ ਕਰਦੇ। ਜਿਹੜਾ 5ਵਾਂ ਤੱਤ ਆ ਆਕਾਸ਼, ਇਹ ਉਹ ਨਹੀਂ ਸੀ ਮੰਨਦੇ। ਸਪੇਸ ਜਿਹਨੂੰ ਕਹਿੰਦੇ ਹਾਂ ਅਸੀਂ। ਇਹ ਰੀਸੈਂਟਲੀ ਜਦੋਂ ਸਾਇੰਟੀਫਿਕ ਸਾਇੰਸ ਤੋਂ ਜਿਹੜਾ ਸਾਈਡ ਤੋਂ ਚੀਜ਼ਾਂ ਆਈਆਂ ਫਿਰ ਪਤਾ ਲੱਗਾ ਨਹੀਂ ਸਪੇਸ ਬੜਾ ਵੱਡਾ ਤੱਤ ਆ। ਸਪੇਸ ਵਿੱਚ ਹੀ ਸਭ ਕੁਝ ਐਗਜ਼ਿਸਟ ਕਰਦਾ ਹੈ। ਜੇ ਸਪੇਸ ਨਹੀਂ ਹੋਏਗਾ ਕੁਝ ਵੀ ਐਗਜ਼ਿਸਟ ਨਹੀਂ ਕਰੇਗਾ। ਐਗਜ਼ਿਸਟੈਂਸ ਇਟਸੈਲਫ ਇਜ਼ ਸਪੇਸ। ਇਹ ਸਾਡੇ ਖਾਸ ਕਰਕੇ ਈਸਟਰਨ ਸਕੂਲ ਵਿੱਚੋਂ ਆਇਆ। ਗੁਰਬਾਣੀ ਇਹਦੀ ਬੜੀ ਬਾਤ ਕਰਦੀ ਵਾਰ-ਵਾਰ। ਸੋ ਇਹ ਜਿਹੜਾ ਰੂਪ ਆ, ਜਿਹੜੀ ਸਪੇਸ ਦੀ ਗੱਲ ਆ, ਤੇ ਆਪ ਦੇਖੋਗੇ ਇੰਟਰਨੈਟ ਕੀ ਐਕਚੁਅਲ ਲੈਵਲ 'ਤੇ ਹੈ ਤੇ ਟੈਕਨੋਲੋਜੀ ਸਾਈਡਸ ਤੋਂ ਐਲਗੋਰਿਦਮ ਦੇ ਨਾਲ ਇੱਕ ਨਵਾਂ ਵਰਲਡ ਖੁੱਲ੍ਹਿਆ। ਪਰ ਜੇ ਤੁਸੀਂ ਦੇਖੋਗੇ ਤੇ ਉਹ ਸਾਰਾ ਜਿਹੜਾ ਮਟੀਰੀਅਲ ਆ ਉਹ ਇੱਕ ਸਪੇਸ ਵਿੱਚ ਪਿਆ ਆ। ਤੇ ਉਹ ਸਪੇਸ ਜੋ ਤੁਹਾਨੂੰ ਐਕਸੈਸ ਮਿਲ ਜਾਂਦਾ ਆ, ਹੁਣ ਤੁਹਾਡੇ ਛੋਟੇ ਜਿਹੇ ਡਿਵਾਈਸ ਦੇ ਵਿੱਚ ਲੱਗਦਾ ਆ ਬਹੁਤ ਸਾਰਾ ਕੁਝ ਸਮਝਣ ਵਾਸਤੇ, ਵੇਖਣ ਵਾਸਤੇ ਬੜਾ ਕੁਝ ਬਾਹਰ ਚਾਹੀਦਾ। ਲੋੜ ਹੀ ਨਹੀਂ, ਇੱਕ ਛੋਟੀ ਜਿਹੀ ਸਕਰੀਨ ਹੀ ਸਭ ਕੁਝ ਦਿਖਾ ਸਕਦੀ ਹੈ। ਕਿਵੇਂ ਕੰਪੈਕਟ ਕਰ ਦਿੱਤਾ ਸਾਰੇ ਕਾਸੇ ਨੂੰ। ਤੇ ਉਸ ਸਾਰੇ ਨੇ ਫਿਰ ਕੀ ਕੀਤਾ, ਜੋ ਤੁਸੀਂ ਵੇਖਦੇ ਹੋ, ਸੁਣਦੇ ਹੋ, ਜੋ ਓਬਜ਼ਰਵ ਕਰਦੇ ਹੋ ਸਾਰੇ ਦਾ ਸਾਰਾ, ਉਹ ਫਿਰ ਤੁਹਾਡੇ ਅੰਦਰਲੇ ਸਪੇਸ ਨੂੰ ਆਕੂਪਾਈ ਕਰ ਲੈਂਦਾ। ਸੋਚਣ ਦੇ ਤਰੀਕੇ ਨੂੰ, ਤੁਹਾਡੀ ਜਿਹੜੀ ਥਾਟ ਪ੍ਰੋਸੈਸਿੰਗ ਹੋ ਰਹੀ ਅੰਦਰ, ਉਹ ਸਾਰਾ ਸਪੇਸ ਉਹ ਲੈ ਲੈਂਦਾ। ਹੁਣ ਜਦੋਂ ਸਾਰੇ ਸਪੇਸ ਦੇ ਵਿੱਚ
ਤੁਹਾਡੇ ਵੇਖੇ ਹੋਏ ਉਹ ਭਾਵੇਂ ਕੋਈ ਵਿਜ਼ੂਅਲ ਮੀਡੀਆ ਆ, ਭਾਵੇਂ ਕੋਈ ਸੁਣੇ ਹੋਏ ਗਾਣੇ ਨੇ, ਕੋਈ ਚੀਜ਼ ਹੈ ਜਾਂ ਇੱਧਰ ਉੱਧਰ ਦੀਆਂ ਸਾਰੀਆਂ ਗੱਲਾਂ, ਉਸ ਤੁਹਾਡਾ ਮਾਈਂਡ ਸੈੱਟ ਬਣਾਈ ਜਾਂਦੀਆਂ। ਤੁਸੀਂ ਉਹ ਸਾਰੇ ਦੇ ਵਿੱਚ ਸਾਰਾ ਸਪੇਸ ਉਹਨਾਂ ਨੇ ਜਿਹੜਾ ਹੈ ਕੈਰੀ ਕਰ ਲਿਆ। ਹੁਣ ਕੋਈ ਜਿੰਨੇ ਮਰਜ਼ੀ ਕੰਮ ਦੀ ਗੱਲ ਵੀ ਦੱਸੇ, ਉਹਦੇ 'ਚ ਸਪੇਸ ਹੀ ਨਹੀਂ ਹੈਗਾ ਅੰਦਰ, ਕਿੱਦਾਂ ਟਿਕਾਓਗੇ? ਗੁਰਬਾਣੀ ਨੂੰ ਇਸ ਤਰ੍ਹਾਂ ਪੜ੍ਹੀਏ ਜੈਸੇ ਗੁਰੂ ਸਾਹਿਬ ਕਹਿੰਦੇ, ਜੋ ਪਾਈਏ ਭਾਂਡੇ ਵਿੱਚ ਵਸਤ ਸਾ ਨਿਕਲੈ, ਜੋ ਭਾਂਡੇ 'ਚ ਪਾ ਦਿਓਗੇ ਬਾਹਰ ਉਹੀ ਨਿਕਲੇਗਾ। ਜੋ ਅੰਦਰ ਫੀਡ ਹੋ ਗਿਆ, ਜੋ ਅੰਦਰ ਲਗਾਤਾਰ ਪਾ ਲਿਆ, ਉਹੀ ਪ੍ਰੋਸੈਸ ਹੋ ਕੇ ਤੁਹਾਡੇ ਮੂੰਹ ਦੇ ਜ਼ਰੀਏ, ਤੁਹਾਡੇ ਵਰਡਸ ਦੇ ਜ਼ਰੀਏ, ਫਿਰ ਹੌਲੀ ਹੌਲੀ ਤੁਹਾਡੇ ਐਕਸ਼ਨਸ ਦੇ ਜ਼ਰੀਏ ਨਿਕਲੇਗਾ ਉਸ ਰੂਪ ਦੇ 'ਚ। ਫਿਰ ਇਹ ਵੀ ਹੈ, ਬੰਦਾ ਕਹਿੰਦੇ ਯੂ ਨੋ ਆਈ ਰੀਅਲੀ ਵਾਂਟ ਟੂ ਚੇਂਜ ਮਾਈ ਵਰਡਸ, ਕਿਉਂਕਿ ਮੇਰੇ ਵਰਡਸ ਜਿਹੜੇ ਨੇ ਬੜੇ ਨੈਗੇਟਿਵ ਨੇ, ਬੜੇ ਐਰੋਗੈਂਟ ਨੇ, ਜੋ ਬੜੇ ਮਤਲਬ ਇਸ ਕਿਸਮ ਦੇ ਹੈਗੇ ਨੇ, ਜਿਹੜੇ ਕਿ ਮੈਨੂੰ ਖੁਦ ਨੂੰ ਕਈ ਵਾਰੀ ਚੰਗੇ ਨਹੀਂ ਲੱਗਦੇ, ਕਿਸੇ ਨੂੰ ਕੀ ਚੰਗੇ ਲੱਗਣਗੇ ਭਾਈ। ਫਿਰ ਅੰਦਰ ਚੇਂਜ ਕਰੋ। ਫਿਰ ਇਹਨਾਂ ਵਰਡਸ ਦੇ ਵਿੱਚੋਂ ਐਕਟ ਬਣਦਾ, ਐਕਸ਼ਨ ਬਣੀ ਜਾਂਦੇ ਨੇ, ਕੰਮ ਕਰੀ ਜਾਂਦਾ ਬੰਦਾ। ਉਹ ਮੈਨੂੰ ਪਸੰਦ ਨਹੀਂ ਹੈਗੇ, ਉਹਨਾਂ ਨੂੰ ਬਦਲਣਾ ਹੈ। ਕੋਈ ਹੋਰ ਆਲੇ ਦੁਆਲੇ ਉਹੋ ਜਿਹਾ ਰਿਸਪੌਂਸ ਨਹੀਂ ਮਿਲ ਰਿਹਾ ਮੈਨੂੰ, ਫਿਰ ਬਦਲਣ ਲਈ ਕੀ ਕਰਨਾ ਪਏਗਾ? ਉਧਰ ਪ੍ਰੋਸੈਸ ਬਦਲਣਾ ਪਏਗਾ। ਤੇ ਪ੍ਰੋਸੈਸ ਵਾਸਤੇ ਫਿਰ ਇਹ ਹੈ, ਸਭ ਕਹਿੰਦੇ ਕਿ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਇੱਕ ਨੂੰ ਪਾਸੇ ਕਰੋਗੇ ਤਾਂ ਦੂਸਰੀ ਆਏਗੀ। ਫਿਰ ਇੱਥੇ ਰਿਪਲੇਸਮੈਂਟ ਆ। ਇਹਦੇ ਲਈ ਸਿੰਪਲ ਬਾਤ ਕਹਾਂ, ਥਾਟ ਰਿਪਲੇਸਮੈਂਟ ਕਰਨੀ ਪਏਗੀ। ਤੇ ਥਾਟ ਰਿਪਲੇਸਮੈਂਟ ਵਾਸਤੇ ਜਿੱਥੇ ਹੁਣ ਟਾਈਮ ਇਨਵੈਸਟ ਕਰ ਰਹੇ ਹਾਂ, ਜਿਨ੍ਹਾਂ ਰਿਸੋਰਸਿਸ ਦੇ ਵਿੱਚ, ਜਿਨ੍ਹਾਂ ਜਗ੍ਹਾ ਦੇ ਉੱਤੇ, ਉਹ ਚੇਂਜ ਕਰਨੇ ਪੈਣਗੇ। ਸਾਨੂੰ ਸਾਡਾ ਪੜ੍ਹਨਾ ਬਦਲਣਾ ਪਏਗਾ, ਸਾਨੂੰ ਸਾਡਾ ਸੁਣਨਾ ਬਦਲਣਾ ਪਏਗਾ, ਵੇਖਣਾ ਬਦਲਣਾ ਪਏਗਾ। ਬੰਦਾ ਇਹ ਚੀਜ਼ ਨਹੀਂ ਬਦਲਦਾ, ਆਪ ਕਿਵੇਂ ਬਦਲ ਸਕਦਾ ਆ? ਸੋ ਆਹ ਤਰੀਕਾ ਆ। ਤੇ ਅੱਜ ਮਾਡਰਨ ਸਾਇੰਸ ਸਾਰੀ ਨੂੰ ਬੜੀ ਡੀਪਲੀ ਸਮਝ ਤੇ ਸਮਝਾ ਰਹੀ ਹੈ। ਗੁਰੂ ਬਾਬਾ ਜੀ ਨੇ ਜਿਹੜੀ ਬਾਤ ਕੀਤੀ ਹੈ, ਮਨ ਨਾਲ ਗੱਲ ਕਰਦਿਆਂ ਹੋਇਆ ਕਿਹਾ, ਮੇਰਾ ਮਨ ਰਾਤਾ ਹੁੰਦਾ ਰੱਤ ਜਾਣਾ, ਭਾਵ ਮੇਰੇ ਮਨ ਦੇ ਸਪੇਸ ਨੂੰ ਕਿਸੇ ਚੀਜ਼ ਨੇ ਉਸ ਤਰੀਕੇ ਨਾਲ ਆਕੂਪਾਈ ਕਰ ਲਿਆ, ਉਹਨੂੰ ਭਰ ਦਿੱਤਾ, ਫਿਲ ਕਰ ਦਿੱਤਾ ਪੂਰੀ ਤਰ੍ਹਾਂ। ਹੁਣ ਉਹ ਕੀ ਹੈ? ਇਹੋ ਜਿਹੇ ਵਿਚਾਰ, ਇਹੋ ਜਿਹੇ ਖਿਆਲ ਜਿਹੜੇ ਸੱਚ ਵਾਲੇ ਨੇ, ਚੰਗੇਰੇ ਨੇ, ਅੱਛੇ ਨੇ, ਉਹ ਜਦੋਂ ਮੇਰੇ ਮਨ ਦੀ ਦੁਨੀਆ 'ਚ ਚੱਲਣੇ ਸ਼ੁਰੂ ਹੋ ਗਏ, ਇਹ ਜਿਹੜੀ ਚੀਜ਼ ਅੰਦਰ ਲਗਾਤਾਰ, ਪਾਠ ਇਸੇ ਕਰਕੇ ਕਰੀਦਾ, ਪਾਠ ਦੀ ਰਾਏ ਮੇਰੀ ਰਾਏ ਬਣ ਜਾਏ। ਸੰਗਤ ਇਸ ਕਰਕੇ ਕਰੀ ਦੀ ਹੈ, ਚੰਗਿਆਂ ਦੀ ਸੰਗਤ ਬਹਿ ਕੇ ਉਹਨਾਂ ਦੀ ਸੰਗਤ ਵਿੱਚੋਂ ਉਹਨਾਂ ਦੀ ਰਾਏ ਮੇਰੀ ਰਾਏ ਬਣ ਜਾਏ। ਆਹ ਰੂਪ ਆ। ਜਦੋਂ ਬੰਦਾ ਇਸ ਪਾਸੇ ਇਨਵੈਸਟਮੈਂਟ ਹੀ ਨਹੀਂ ਕਰਦਾ, ਮਤਲਬ ਰਤਨਾ ਜਿਹੜਾ ਆ ਇੱਕਦਮ ਨਹੀਂ ਹੁੰਦਾ। ਤੁਸੀਂ ਕਈ ਵਾਰ ਦੇਖੋਗੇ ਕੁਛ ਚੀਜ਼ਾਂ ਐਸੀਆਂ ਨੇ, ਜਿਵੇਂ ਦਾਨੇ ਲੋਕਾਂ ਨੇ ਕਿਹਾ ਕਿ ਪੱਥਰ ਆ, ਪੱਥਰ ਦੇ ਉੱਤੇ ਤੁਸੀਂ ਪਾਣੀ ਦੀਆਂ 2 ਬੂੰਦਾਂ ਪਾਓਗੇ, ਪੱਥਰ ਗਿੱਲਾ ਥੋੜ੍ਹਾ ਹੋਏਗਾ। ਪਰ ਕਈ ਵਾਰੀ ਪੱਥਰ ਨੂੰ ਵੀ ਤੁਸੀਂ ਪਾਣੀ ਦੇ ਆਗੋਸ਼ ਵਿੱਚ ਕਈ ਸਮਾਂ ਰੱਖ ਦਿੰਦੇ ਹੋ, ਹੌਲੀ ਹੌਲੀ ਪੱਥਰ ਵਿੱਚ ਵੀ ਥੋੜ੍ਹੀ ਸਿੱਲ ਜਾਣੀ ਸ਼ੁਰੂ ਹੋ ਜਾਂਦੀ ਹੈ। ਈਵਨ ਦੋ ਅਸੀਂ ਬਿਲਕੁਲ ਅੰਦਰੋਂ ਪੱਥਰ ਹੋ ਜਾਈਏ, ਮਤਲਬ ਸਾਡੇ 'ਤੇ ਕਿਸੇ ਚੀਜ਼ ਦਾ ਅਸਰ ਨਾ ਹੋਏ, ਪਰ ਹਾਂ ਜਿਹੋ ਜਿਹੀ ਸੰਗਤ ਅਸਰ ਤੇ ਹੋਏਗਾ ਉਹਦਾ। ਜਿਹੋ ਜਿਹੇ ਪਾਣੀ ਵਿੱਚੋਂ ਪੱਥਰ ਰੱਖਾਂਗੇ ਜਾ ਕੇ, ਜਿਹੜਾ ਸਾਡਾ ਆਪਾ ਆ, ਟਾਈਮ ਇਜ਼ ਦ ਕੀ ਫॉर ਐਵਰੀਥਿੰਗ। ਟਾਈਮ ਦੀ ਜਿਹੜੀ ਇਨਵੈਸਟਮੈਂਟ ਆ, ਜੇ ਤੁਸੀਂ ਉਹੋ ਜਿਹੀਆਂ ਪੋਥੀਆਂ ਪੜ੍ਹਦੇ ਹੋ, ਗ੍ਰੰਥ ਪੜ੍ਹਦੇ ਹੋ, ਕਿਤਾਬਾਂ ਪੜ੍ਹਦੇ ਹੋ, ਸੰਗਤ ਕਰਦੇ ਹੋ, ਅਸਰ ਹੋਏਗਾ ਉਹਦਾ। ਇਹ ਹੈ ਮਨ ਰਤਨਾ। ਜਦੋਂ ਮਨ ਲਗਾਤਾਰ ਕਿਸੇ ਪਾਸੇ ਚੱਲੇਗਾ, ਹੌਲੀ ਹੌਲੀ ਕਰਕੇ ਤੁਸੀਂ ਦੇਖੋਗੇ ਬਾਹਰ ਦੀ ਪੋਥੀ ਪੜ੍ਹੀ ਦਾ ਅੰਦਰ ਕੁਝ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਆ। ਸਾਡੇ ਘਰ ਕੀਰਤਨ ਆ, ਕੀਰਤਨ ਕੰਨ ਰਸ ਹੈ। ਜਦੋਂ ਸਾਜ਼ ਵੱਜਦੇ ਨੇ ਬੜੇ ਸੁੰਦਰ ਅੰਦਾਜ਼ ਵਿੱਚ, ਇਹ ਤੁਸੀਂ ਉਹਨੂੰ ਅਟੈਂਡ ਕਰਦੇ ਹੋ, ਤੁਹਾਡੀ ਅਟੈਂਸ਼ਨ ਬਾਏ ਕਰ ਲੈਂਦੇ ਨੇ। ਯੂ ਗੈਟ ਅਟਰੈਕਟਿਡ ਟੂਵਰਡ ਦੈਟ ਸਾਈਡ। ਇਹ ਕੰਨ ਰਸ ਆ। ਜਿਹੜੀ ਚੀਜ਼ ਕੰਨ ਨੂੰ ਚੰਗੀ ਲੱਗੇਗੀ, ਥੋੜ੍ਹੇ ਸਮੇਂ ਬਾਅਦ ਦੇਖੋਗੇ ਮਨ ਨੂੰ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਏਗੀ, ਮਨ ਵੀ ਇਨਵੋਲਵ ਹੋ ਜਾਏਗਾ। ਜਿਹੜੀ ਚੀਜ਼ ਕੰਨ 'ਚ ਪਾਉਣ ਨੂੰ ਜੀ ਨਹੀਂ ਕਰਦਾ, ਮਨ ਵਿੱਚ ਕਿਵੇਂ ਪਾ ਸਕਦੇ ਹੋ ਤੁਸੀਂ? ਕਦੀ ਵੀ ਨਹੀਂ ਪਏਗੀ। ਇਸ ਲਈ ਸਟੈਪ ਬਾਏ ਸਟੈਪ ਕੀਰਤਨ ਸੁਣਨਾ, ਫਿਰ ਕੀਰਤਨ ਸੁਣਦਿਆਂ ਬਾਣੀ ਇਹੋ ਜਿਹੀ ਸੁਣਦਿਆਂ ਫਿਰ ਇੱਕ ਲੈਵਲ ਆਉਂਦਾ ਜਿੱਥੋਂ ਬੰਦੇ ਨੂੰ ਫਿਰ ਉਹ ਚੀਜ਼ ਥੋੜ੍ਹੀ ਅਪੀਲ ਕਰਦੀ। ਇਹਦੇ ਨਾਲ ਜੀਵਨ ਜਿਹੜਾ ਆਪਣੇ ਆਪ ਬਹੁਤ ਕੁਝ ਸਿਖਾਉਂਦਾ ਆ। ਜਦੋਂ ਅਸੀਂ ਮੁਸ਼ਕਿਲਾਂ, ਤਕਲੀਫਾਂ, ਦੁੱਖਾਂ, ਪੀੜਾ, ਵੇਦਨ, ਚੈਲੰਜਸ, ਵੰਗਾਰਾਂ ਵਿੱਚੋਂ ਲੰਘਨੇ ਆ, ਦੈਨ ਅਸੀਂ ਕਈ ਵਾਰ ਸੋਚਦੇ ਹਾਂ ਕੋਈ ਇਹਦਾ ਹੱਲ ਮਿਲੇ,
ਕੁਝ ਨਾ ਕੁਝ ਦਾ ਸਾਨੂੰ ਕੋਈ ਵੀ ਨੀਡ ਸਮ ਕਾਈਂਡ ਆਫ ਐਕਚੁਅਲੀ ਸੋਲਿਊਸ਼ਨ। ਦੈਨ ਸੋਲਿਊਸ਼ਨ ਕੀ ਹੈ? ਜਿਹੜੀ ਰਚਨਾ ਪੜ੍ਹ ਰਹੇ ਹੋ, ਜਿਹੜੀ ਅੰਦਰ ਜਾ ਰਹੀ ਹੈ, ਉਹਦੇ ਵਿੱਚ ਫਿਰ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਥਾਟਸ ਆਰ ਦਾ ਸੋਲਿਊਸ਼ਨ। ਵਿਚਾਰ ਹੀ ਨੇ, ਰਾਏ ਹੀ ਹੈ ਸਾਰੇ ਦੀ ਸਾਰੇ। ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ, ਮੇਰਾ ਮਨ ਰਾਤਾ। ਜਦੋਂ ਮਨ ਇਹੋ ਜਿਹੇ ਵਿਚਾਰਾਂ ਦੇ ਵਿੱਚ ਬਿਲਕੁਲ ਰਤ ਗਿਆ, ਉਹਨਾਂ ਦੇ ਅੰਦਰ ਚਲਾ ਗਿਆ, ਹੁਣ ਕੀ ਹੈ? ਗੁਣ ਰਵੈ ਮਨ ਭਾਵੈ ਸੋਈ। ਗੁਣਾਂ ਵਿੱਚ ਰਵਨ ਕਰਦਾ ਆ, ਗੁਣਾਂ ਵਿੱਚ ਰਵਨ ਕਰਦਾ। ਇਹਨੂੰ ਸਰਲ ਕਰ ਦੇਣਾ ਹੋਰ। ਅੱਜ ਤੇ ਖੈਰ ਦੁਨੀਆ ਬੜੀ ਮਤਲਬ ਕ੍ਰੋਸ ਸਰਕਟ CCTV ਕੈਮਰੇ ਲੱਗੇ ਨੇ ਜਗ੍ਹਾ ਜਗ੍ਹਾ, ਚੀਜ਼ਾਂ ਛੇਤੀ ਪਕੜੀਆਂ ਜਾਂਦੀਆਂ ਨੇ ਸਭ। ਇਸ ਕਰਕੇ ਥੋੜ੍ਹਾ ਕ੍ਰਾਈਮ ਦਾ, ਇਹਨਾਂ ਚੀਜ਼ਾਂ ਦਾ ਲੈਵਲ ਜਿਹੜਾ ਹੈ ਘਟ ਰਿਹਾ। ਸਾਡੇ ਇੱਥੇ ਤਾਂ ਜੇ ਇਹੋ ਜਿਹਾ ਮਾਹੌਲ ਨਹੀਂ। ਮੈਂ ਨਿਊਯਾਰਕ ਵਿੱਚ ਅਤੇ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਐਸੇ ਏਰੀਏ ਦੇਖੇ ਲਿਟਰਲੀ ਤੌਰ 'ਤੇ, ਕਾਫੀ ਸਮਾਂ ਪਹਿਲਾਂ, ਕਾਫੀ ਸਮੇਂ ਤੋਂ ਮੈਂ ਵਿਜ਼ਿਟ ਕਰ ਰਿਹਾ ਵੱਖਰੇ ਵੱਖਰੇ ਪਲੇਸਿਸ ਦੇ ਉੱਤੇ ਇੰਟਰਨੈਸ਼ਨਲੀ। ਇਹੋ ਜਿਹੀਆਂ ਜਗ੍ਹਾ ਮੈਂ ਦੇਖਿਆ ਜਿੱਥੇ ਮਤਲਬ ਰਾਹ ਚੱਲਦੇ ਲੋਕਾਂ ਨੂੰ ਜ਼ਬਰਦਸਤੀ ਫੋਨ ਖੋਲ੍ਹੇ ਜਾਂਦੇ ਸੀਗੇ। ਅਜੇ ਉਦੋਂ ਸੈੱਲਫੋਨ ਇੰਨਾ ਚੱਲਣ ਨਹੀਂ ਸੀਗਾ। ਜ਼ਿਆਦਾਤਰ ਹੁੰਦਾ ਸੀ ਕਿਸੇ ਦੀ ਕੋਈ ਜਿਹੜਾ ਹੈਗਾ ਆ ਬਟਵਾ ਖੋਲ੍ਹ ਲੈਣਾ, ਕਿਸੇ ਤੋਂ ਕੋਈ ਚੀਜ਼ ਕੀਮਤੀ ਖੋਲ੍ਹ ਕੇ, ਪਰਸ ਖੋਲ੍ਹ ਕੇ ਭੱਜ ਜਾਣਾ। ਇਹੋ ਜਿਹੀਆਂ ਚੀਜ਼ਾਂ ਮੈਂ ਖੁਦ ਦੇਖੀਆਂ ਸੋਹੋ ਰੋਡ 'ਤੇ। ਮੈਂ ਇੰਗਲੈਂਡ ਵਿੱਚ ਇਹ ਚੀਜ਼ ਲਿਟਰਲੀ ਤੌਰ 'ਤੇ ਆਪ ਵਿਟਨੈਸ ਕੀਤੀ ਇਸ ਤਰੀਕੇ ਨਾਲ। ਵਕਤ ਨਾਲ ਥੋੜ੍ਹਾ ਜਿਹਾ ਤਬਦੀਲੀ ਆਈ ਅਤੇ ਉਸੇ ਸੋਹੋ ਰੋਡ 'ਤੇ, ਜਿਹੜਾ ਸੋਹੋ ਰੋਡ 2001-2 ਦੇ ਵਿੱਚ ਦੇਖਿਆ, ਅਤੇ ਮੈਂ 7-8 ਦੇ ਵਿੱਚ ਇੱਕ ਵਾਰੀ ਉੱਥੇ ਵਾਕ ਕਰ ਰਿਹਾ ਸੀਗਾ ਅਤੇ ਕੋਈ ਸੱਜਣ ਮੇਰੇ ਨਾਲ ਸੀਗੇ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡਾ ਸ਼ਹਿਰ ਬੜਾ ਬਦਲ ਗਿਆ, ਅਦਰਵਾਈਜ਼ ਇੱਥੇ ਕੋਈ ਨਾ ਕੋਈ ਇਹੋ ਜਿਹਾ ਇੰਸੀਡੈਂਟ ਦੇਖਣ ਨੂੰ ਮਿਲ ਜਾਂਦਾ ਸੀ। ਉਹ ਕਹਿੰਦੇ ਨਹੀਂ ਨਹੀਂ, ਸ਼ਹਿਰ ਨਹੀਂ ਬਦਲਿਆ, ਅਸਲ 'ਚ ਸ਼ਹਿਰ ਨੂੰ ਡਰ ਲੱਗਣ ਲੱਗ ਗਿਆ ਹੁਣ। ਕਿਸ ਗੱਲ ਤੋਂ? ਕਹਿੰਦੇ ਦੇਖੋ ਸਾਰੇ CCTV ਕੈਮਰੇ ਲੱਗੇ ਨੇ, ਹੁਣ ਇਹਦਾ ਡਰ ਜਿਹੜਾ ਆ, ਇਹਦੇ ਕਰਕੇ ਕੁਝ ਅਸਰ ਹੋਇਆ, ਕੁਝ ਪ੍ਰਭਾਵ ਪਿਆ, ਇਹਦਾ ਫਰਕ ਪਿਆ। ਬਿਲਕੁਲ ਠੀਕ ਗੱਲ ਹੈ, ਬੰਦੇ ਨੂੰ ਇਹਦੇ ਨਾਲ ਡਰ ਲੱਗਣਾ ਸ਼ੁਰੂ ਹੋਇਆ। ਸਾਡੇ ਇੰਡੀਆ ਦੇ ਵਿੱਚ ਤਾਂ ਮਤਲਬ ਜੇ ਹਾਲਾਂਕਿ ਉਹਦੀ ਬਹੁਤ ਜ਼ਿਆਦਾ ਉਸ ਤਰੀਕੇ ਨਾਲ ਚੀਜ਼ਾਂ ਅਸੀਂ ਨਹੀਂ ਉਹਨਾਂ ਨੂੰ ਕਈ ਵਾਰ ਪਕੜ ਪਾਉਂਦੇ। ਜਦੋਂ ਬੱਸ ਸਟੈਂਡ 'ਤੇ, ਰੇਲਵੇ ਸਟੇਸ਼ਨ 'ਤੇ CCTV ਕੈਮਰੇ ਸ਼ੁਰੂ 'ਚ ਲੱਗੇ, ਜਿਹੜੇ ਕਈ ਵਾਰੀ ਬੱਚੇ ਚੱਕੇ ਜਾਂਦੇ ਸੀਗੇ, ਉਹ ਬੜੇ ਗਰੁੱਪ ਲੱਭ ਗਏ। ਬਾਅਦ 'ਚ ਪਤਾ ਲੱਗਾ ਕੋਈ ਉਹਨਾਂ ਨੂੰ ਜਿਹੜਾ ਹੈਗਾ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਨੂੰ ਉਹਨਾਂ ਦੇ ਹੱਥ ਪੈਰ ਤੋੜ ਕੇ, ਅੱਖਾਂ ਕੱਢ ਕੇ, ਸਾਰਾ ਇਸ ਤਰੀਕੇ ਨਾਲ। ਕਈ ਵਾਰ ਲੱਗਦਾ ਸਾਨੂੰ ਲੱਗਦਾ ਥਿਊਰੀਜ਼ ਨੇ, ਐਵੇਂ ਨੇ ਲੋਕਾਂ ਨੇ ਜਸਟ ਨਾ ਐਵੇਂ ਕੁਝ ਜਿਹੜੀ ਹੈਗੀ ਏ ਆਪਣੀ ਥਿਊਰੀਜ਼ ਬਣਾਈਆਂ ਲੋਕਾਂ ਨੇ। ਉਦੋਂ ਪਤਾ ਲੱਗਾ ਨਹੀਂ, ਲਿਟਰਲੀ ਤੌਰ 'ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਬੜੇ ਫੜੇ ਗਏ ਗਰੋਹ ਇਹੋ ਜਿਹੇ, ਬੜੀਆਂ ਇਹੋ ਜਿਹੀਆਂ ਚੀਜ਼ਾਂ ਬਾਰੇ ਪਤਾ ਲੱਗਾ ਇਸ ਰੂਪ ਦੇ ਵਿੱਚ। ਖੈਰ ਜਿਹੜੀ ਬੇਨਤੀ ਕਰ ਰਹੇ ਤੇ ਹੈ ਕਿ ਸਮਾਜ ਵੱਲੋਂ ਬਾਹਰੋਂ ਡੰਡੇ ਦੇ ਨਾਲ, ਜ਼ੋਰ ਨਾਲ, ਟੈਕਨੋਲੋਜੀ ਨਾਲ ਇਹਨਾਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਹੋਲਡ ਕਰਨਾ। ਪਰ ਸਪੋਜ਼ ਇਹ ਚੀਜ਼ ਨਾ ਹੋਏ ਤੇ ਬੰਦੇ ਦਾ ਮਨ ਖੁਰਾਫਾਤੀ ਹੈ। ਮਤਲਬ ਇਹਨੂੰ ਚੰਗਾ ਕਰਨ ਦੀ ਬਜਾਏ ਮਾੜਾ ਕਰਨ ਦੇ ਵਿੱਚ ਜ਼ਿਆਦਾ ਸਵਾਦ ਆਉਂਦਾ, ਜ਼ਿਆਦਾ ਰਸ ਆਉਂਦਾ, ਜ਼ਿਆਦਾ ਉਸ ਪਾਸੇ ਦੀ ਜਿਹੜੀ ਹੈ ਐਨਰਜੀ ਲੱਗਦੀ ਹੈ। ਤੁਸੀਂ ਕਦੀ ਬੱਚੇ ਨੂੰ ਦੇਖੋ, ਚੀਜ਼ ਬਣਾਉਣ ਦੀ ਬਜਾਏ ਤੋੜਨ 'ਤੇ ਜ਼ੋਰ ਦਿੰਦਾ ਹੈ। ਇਹਨੂੰ ਜਦੋਂ ਫਰਾਇਡ ਦੇ ਅਸੀਂ ਲਿਟਰੇਚਰ 'ਚ ਪੜ੍ਹਦੇ ਹਾਂ, ਜਿਹੜਾ ਸਾਈਕੋਲੋਜਿਸਟ ਕਹਿ ਲਓ ਕਿ ਅੱਜ ਦੀ ਮਾਡਰਨ ਸਾਈਕੋਲੋਜੀ ਦਾ ਜਿਹੜਾ ਐਕਚੁਅਲ ਲੈਵਲ 'ਤੇ ਫੋਰ ਫਾਦਰ ਆ, ਅਤੇ ਉਹ ਇਹ ਕਹਿੰਦਾ ਹੈ ਕਿ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਸਾਡੇ ਜਿਹਨੂੰ ਅਸੀਂ ਮੈਚਿਓਰਿਟੀ ਕਹਿੰਦੇ ਹਾਂ, ਸਾਨੂੰ ਸੁਪਰ ਈਗੋ ਕੰਟਰੋਲ ਕਰਦੀ ਹੈ। ਅਸੀਂ ਇਹ ਕਹਿੰਦੇ ਹਾਂ ਵੀ ਮਨ ਤੇ ਕਹਿੰਦਾ ਵੀ ਆਹ ਕੰਮ ਕਰ, ਕੋਈ ਪੁੱਠਾ ਕੰਮ, ਅਤੇ ਅੰਦਰੋਂ ਫਿਰ ਇੱਕਦਮ ਜਿਹੜੀ ਸੁਪਰ ਈਗੋ ਵਾਲਾ ਥਾਟ ਹੈ ਉਹ ਕਹਿੰਦਾ ਲੋਕ ਕੀ ਕਹਿਣਗੇ, ਆਲਾ ਦੁਆਲਾ ਕੀ ਕਹੇਗਾ, ਫੜੇ ਗਏ ਤੇ ਸਜ਼ਾ ਮਿਲੇਗੀ, ਬੇਇੱਜ਼ਤੀ ਹੋਏਗੀ, ਇੰਬੈਰਸਮੈਂਟ ਹੋਏਗੀ। ਇਸ ਕਰਕੇ ਰੁਕਿਆ ਰਹਿੰਦਾ ਬੰਦਾ। ਅਦਰਵਾਈਜ਼ ਅੰਦਰ ਤੇ ਉਹ ਜਿਹੜੀ ਉਸੇ ਰੂਪ ਦੇ ਜਦੋਂ ਕਿਤੇ ਦੇਖੋ ਥੋੜ੍ਹੀ ਲਾਲੈਸ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ, ਜਿਹਨੂੰ ਰਾਈਟਸ ਵਗੈਰਾ ਅਸੀਂ ਕਹਿੰਦੇ ਹਾਂ, ਕਿਵੇਂ ਕਿਹੋ ਜਿਹੇ ਹਾਲਾਤ, ਕੈਸੀ ਅਨਾਰਕੀ ਬਣ ਜਾਂਦੀ। ਤੁਸੀਂ ਕੁਝ ਸਮਾਂ ਪਹਿਲਾਂ ਵੈਨਕੂਵਰ ਦੇ ਵਿੱਚ ਜਿਹੜਾ ਹਾਕੀ ਗੇਮ, ਉਹ ਆਈਸ ਹਾਕੀ ਦੀ ਗੇਮ ਤੋਂ ਬਾਅਦ ਕੈਸੇ ਰਾਈਟਸ ਹੋਏ, ਲੋਕਾਂ ਨੂੰ ਇੱਕਦਮ ਹਾਲਾਤ ਬਣ ਗਏ ਵੀ ਇਸ, ਅਤੇ ਉਹ ਸ਼ਹਿਰ ਜਿਹੜਾ ਵਰਲਡ ਦੀ ਸਭ ਤੋਂ ਵਧੀਆ ਲਿਸਟ ਦੇ ਵਿੱਚ 1, 2 ਜਾਂ 3 ਨੰਬਰ 'ਤੇ ਰਿਹਾ ਹਮੇਸ਼ਾ, ਜਾਂ ਫਸਟ ਜਾਂ ਸੈਕਿੰਡ ਜਾਂ ਥਰਡ ਤੋਂ ਥੱਲੇ ਨਹੀਂ ਆਇਆ ਅੱਜ ਤੱਕ। ਜਨੇਵਾ ਨਾਲ, ਸਿਡਨੀ ਨਾਲ ਕੰਪੀਟ ਕਰਦਾ ਰਿਹਾ ਉਹ ਸ਼ਹਿਰ ਇਸ ਤਰੀਕੇ ਨਾਲ ਵੀ ਬੈਸਟ ਸ਼ਹਿਰ ਰਿਹਾਇਸ਼ ਵਾਸਤੇ। ਉੱਥੇ ਹਾਲਤ, ਜਾਂ ਉਸ ਤੋਂ ਕੁਛ ਸਮਾਂ ਪਿੱਛੇ ਚਲੇ ਜਾਓ ਤੇ ਇੰਗਲੈਂਡ ਦੇ ਵਿੱਚ ਜਿਵੇਂ ਡੇ ਟਾਈਮ ਉਸ ਤਰੀਕੇ ਦੀ ਜਿਹੜੀ ਹੈਗੀ ਏ ਉਹ ਸਾਰੀ ਜਿਹੜੀ ਹੈ ਪ੍ਰੋਪਰਟੀ ਵੈਂਡਲਾਈਜੇਸ਼ਨ ਹੋ ਰਹੀ ਹੈ, ਉੱਥੇ ਲੂਟਿੰਗ ਹੋ ਰਹੀ ਹੈ, ਇਹ ਸਾਰਾ ਰਾਈਟਸ ਫੈਲ ਰਹੇ। ਬੰਦਾ ਕਹਿੰਦਾ ਐਸੇ ਸਿਵਲ ਸ਼ਹਿਰਾਂ ਦੇ ਵਿੱਚ ਭਈ ਹਿਊਮਨ ਬਿਹੇਵੀਅਰ, ਹਿਊਮਨ ਮਾਈਂਡ ਦੇ ਵਿੱਚ ਇਹ ਅਲਾਮਤ ਪਈ ਹੈ। ਇਹ ਡੰਡਾ ਆ ਜਿਹੜਾ ਚਲਾਈ ਜਾਂਦਾ ਸੁਪਰ ਈਗੋ ਦਾ। ਅਦਰਵਾਈਜ਼ ਮਨੁੱਖੀ ਮਨ ਦੀ ਬਿਰਤੀ ਜਿਹੜੀ ਹੈ ਇਹ ਤਾਂ ਬੜੀ ਅਲਾਮਤੀ ਹੈ। ਜਿਵੇਂ ਮੈਂ ਬੇਨਤੀ ਕੀਤੀ, ਬੱਚਾ ਆਇਆ ਉਹਨੂੰ
ਚੰਗਾ ਕਰਨ ਦੀ ਬਜਾਏ ਮਾੜਾ ਕਰਕੇ ਖੁਸ਼ੀ ਮਿਲਦੀ। ਉਹਨੂੰ ਟੋਇਜ਼ ਦਿਓ ਖੇਡਣ ਵਾਸਤੇ, ਖੇਡਣ ਦੀ ਬਜਾਏ ਤੋੜਨਾ ਚੰਗਾ ਲੱਗਦਾ ਉਹਨੂੰ। ਆਪਣੇ ਦੂਜੇ ਦੇ ਨਾਲ ਭਾਵੇਂ ਸਿਬਲਿੰਗ ਹੀ ਹੈ, ਉਹਨੂੰ ਰਵਾਣਾ ਚੰਗਾ ਲੱਗਦਾ, ਖਜਾਣਾ ਚੰਗਾ ਲੱਗਦਾ। ਇਹ ਮਨ ਦੀ ਫਿਤਰਤ ਹੈ, ਬਿਰਤੀ ਹੈ। ਤੇ ਇਹਦੇ 'ਚ ਇਹ ਸੰਸਕਾਰ, ਇਹ ਪਸ਼ੂ ਬਿਰਤੀ ਦੇ ਸੰਸਕਾਰ ਨੇ ਐਕਚੁਅਲ ਲੈਵਲ 'ਤੇ। ਇਹ ਜਿਹੜਾ ਵਾਈਲਡ ਬਿਹੇਵੀਅਰ ਹੈ, ਇਹ ਪਿੱਛੋਂ ਤੁਰਿਆ ਆਉਂਦਾ ਸੰਸਕਾਰਾਂ ਦੇ ਰੂਪ ਦੇ ਵਿੱਚ। ਪਰ ਗੁਰੂ ਬਾਬਾ ਜੀ ਕਹਿੰਦੇ ਇਹੋ ਜਿਹਾ ਥਾਟ ਪ੍ਰੋਸੈਸ ਹੋਏ, ਸਾਡੇ ਕੋਲ ਸੰਭਾਵਨਾ ਵੀ ਹੋਏ ਔਗਣ ਕਰਨ ਦੀ, ਔਗਣ ਉਹ ਸਭ ਚੀਜ਼ਾਂ ਦੀ, ਮਨ ਦੀ ਦੁਨੀਆ ਬਦਲ ਜਾਏ। ਮਨ ਨੂੰ ਅੰਦਰੋਂ ਹੀ ਆਵਾਜ਼ ਆਵੇ, ਇੱਕ ਮਨ ਦਾ ਹਿੱਸਾ ਕਹੇ ਲੈਟਸ ਡੂ ਸਮਥਿੰਗ ਐਕਚੁਅਲੀ ਬੈਡ ਔਰ ਸਮਥਿੰਗ ਜਿਹੜਾ ਕਿਹਾ ਜਾਏ ਵਾਈਲਡ, ਪਰ ਦੂਜੀ ਆਵਾਜ਼ ਆਏ ਨੂੰ ਇਹ ਨਹੀਂ ਕਰਨਾ। ਇੱਥੇ ਸਮਝੋ ਸੱਚ ਰਤਨਾ ਸ਼ੁਰੂ ਹੋ ਗਿਆ, ਜਿਹੜਾ ਬੰਦੇ ਦੀ ਇੰਟਰਨਲ ਸਾਈਡ ਤੋਂ ਇਨਰ ਚੇਂਜਸ ਦੀ ਗੱਲ ਹੋ ਰਹੀ ਹੈ। ਸਾਰੇ ਗੁਰੂ ਬਾਬਾ ਜੀ ਨੇ ਦੀ ਬਾਤ, ਧਰਮ ਇਹ ਹੈ ਅੰਦਰੋਂ ਹੀ ਤਬਦੀਲ ਕਰ ਦਿੱਤਾ। ਸੰਤੋਖ ਅੰਦਰੋਂ ਆ ਗਿਆ, ਸੈਟਿਸਫੈਕਸ਼ਨ ਅੰਦਰੋਂ ਆ ਗਈ, ਵਿਖਾਵਾ ਨਹੀਂ ਹੁਣ, ਹਿਪੋਕ੍ਰੇਸੀ ਨਹੀਂ। ਮਤਲਬ ਇਹ ਕਿ ਕਿਸੇ ਦੇ ਸਾਹਮਣੇ ਕੁਝ ਹੋਰ, ਉਸ ਤੋਂ ਬਾਅਦ ਕੁਝ ਹੋਰ। ਧਰਮ ਦੀ ਦੁਨੀਆ ਇਸੇ ਕਰਕੇ ਨਹੀਂ ਕਾਮਯਾਬ ਹੋ ਪਾ ਰਹੀ ਕਿ ਲੋਕੀ ਧਾਰਮਿਕ ਹੁੰਦੇ ਨਹੀਂ, ਧਾਰਮਿਕ ਹੋਣ ਦਾ ਵਿਖਾਵਾ ਕਰੀ ਜਾਂਦੇ ਨੇ। ਇਹ ਬੜੀ ਅਲਾਮਤ ਹੈ। ਗੁਰੂ ਨਾਨਕ ਸਾਹਿਬ ਜਦੋਂ ਗੁਰੂ ਸਾਹਿਬ ਨੂੰ ਮਸੀਤ 'ਚ ਲੈ ਕੇ ਗਏ ਉਹ ਨਮਾਜ਼ ਪੜ੍ਹਨ ਵਾਸਤੇ, ਆਪਨੇ ਸਾਖੀ ਕਈ ਵਾਰੀ ਸੁਣੀ ਹੋਣੀ ਹੈ, ਤੇ ਬਾਬਾ ਜੀ ਉੱਥੇ ਗਏ ਤੇ ਉਹ ਲੈਣ ਵਾਸਤੇ, ਕਿਉਂਕਿ ਗੁਰੂ ਸਾਹਿਬ ਮੜੀਆਂ 'ਚ ਬੈਠੇ ਸੀਗੇ ਜਦੋਂ ਨਵਾਬ ਦੌਲਤ ਖਾਂ ਲੈਣ ਵਾਸਤੇ ਆਇਆ, ਨਾਲ ਉਹਦੇ ਸ਼ਾਹੀ ਵਜ਼ੀਰ, ਅਮਲਾ ਫੈਲਾ ਸਾਰਾ ਸੀਗਾ। ਤੇ ਬਾਬਾ ਜੀ ਨੇ ਕਿਹਾ ਕਿ ਮੇਰੀ ਆਈਡੈਂਟੀਟੀ ਬਦਲ ਗਈ ਹੈ, ਅਸਲ 'ਚ ਮੈਂ ਮਨੁੱਖ ਦੀ ਆਈਡੈਂਟੀਟੀ ਵੀ ਬਦਲਣੀ ਹੈ। ਗੱਲ ਤਾਂ ਇਹ ਸੀ ਨਾ, ਆਪਣੇ ਤੋਂ ਮਨੁੱਖ ਤੱਕ ਲੈ ਕੇ ਜਾਣਾ ਹੈ ਵੀ ਨਾ ਮੈਂ ਹਿੰਦੂ ਨਾ ਮੁਸਲਮਾਨ। ਸਟੈਬਲਿਸ਼ਮੈਂਟ ਦੀ ਹਰ ਚੀਜ਼ ਛੱਡ ਦਿੱਤੀ, ਸਥਾਪਤੀ ਦੇ ਨਾਲ ਨਹੀਂ ਜਾਣਾ, ਨਵੀਂ ਸਥਾਪਤੀ ਕਰਾਂਗੇ। ਮਤਲਬ ਬਿਲਕੁਲ ਗ੍ਰਾਸ ਰੂਟ ਤੋਂ ਨਵੇਂ ਮਨੁੱਖ ਦੀ, ਖਾਲਿਸ ਮਨੁੱਖ ਦੀ ਘਾਟ ਕਰਾਂਗੇ। ਦੌਲਤ ਖਾਨ ਨਵਾਬ ਹੈ, ਹੁਕਮਰਾਨ ਹੈ, ਪੰਜਾਬ ਸਾਰੇ ਸੂਬੇ ਦਾ ਮਾਲਕ ਹੈ, ਮਾੜਾ ਮੋਟਾ ਬੰਦਾ ਤੇ ਹੈ ਨਹੀਂ। ਉਹ ਸਮਝਦਾ ਇਸ ਗੱਲ ਨੂੰ। ਉਹ ਕਹਿੰਦਾ ਵੀ ਪੱਕੀ ਗੱਲ ਹੈ ਨਾਨਕ ਸਾਹਿਬ, ਤੁਸੀਂ ਹਿੰਦੂ ਮੁਸਲਮਾਨ ਦੋਨਾਂ ਨੂੰ ਇੱਕ ਪਾਸੇ ਰੱਖ ਕੇ ਨਵੀਂ ਬਾਤ ਕਰ ਰਹੇ ਹੋ। ਕਹਿਣ ਲੱਗੇ ਠੀਕ ਹੈ, ਫਿਰ ਤੁਹਾਡੇ ਵਾਸਤੇ ਦੋਵੇਂ ਇਕੁਅਲ ਹੋ ਗਏ, ਬਰਾਬਰ ਹੋ ਗਏ। ਮਸੀਤ ਤੋਂ ਅਜ਼ਾਨ ਦੀ ਆਵਾਜ਼ ਆ ਰਹੀ ਸੀ, ਜਿਹਨੂੰ ਬਾਂਗ ਕਹਿੰਦੇ ਆ ਪੰਜਾਬੀ ਦੇ ਵਿੱਚ। ਨਮਾਜ਼ ਦਾ ਟਾਈਮ ਹੋ ਗਿਆ, ਚਲੋ ਨਮਾਜ਼ ਪੜ੍ਹੋ ਸਾਡੇ ਨਾਲ। ਜੇ ਇੱਕੋ ਹੀ ਹੈ, ਜੇ ਕੋਈ ਫਰਕ ਨਹੀਂ ਰਹਿ ਗਿਆ, ਤੇ ਫਿਰ ਮੰਦਰ ਤੇ ਮਸਜਿਦ ਦਾ ਕੀ ਫਰਕ ਪਏਗਾ? ਚਲੋ ਆਓ, ਹੁਣੇ ਪਤਾ ਲੱਗ ਜਾਂਦਾ। ਮਤਲਬ ਇਹ ਤੇ ਭਾਰਤੀ ਸੋਚ ਮੁਤਾਬਕ ਜੇ ਕੋਈ ਬੰਦਾ ਸਨਾਤਨੀ ਧਾਰਾ ਵਿੱਚੋਂ ਆ ਰਿਹਾ, ਜਿਹੜਾ ਉਹ ਮਸੀਤ ਦੇ ਵਿੱਚ ਇੱਕ ਵਾਰੀ ਪੈਰ ਅੰਦਰ ਰੱਖ ਦੇਗਾ, ਉਹ ਦੁਬਾਰਾ ਸਨਾਤਨ ਮਾਤੇ 'ਚ ਨਹੀਂ ਆ ਸਕਦਾ, ਕਿਉਂਕਿ ਉਹ ਨਾਪਾਕ ਹੋ ਜਾਏਗਾ, ਉਹਦੀ ਵਾਪਸੀ ਨਹੀਂ ਹੋ ਸਕਦੀ। ਸੋ ਇਹ ਤੇ ਬੜੀ ਵੱਡੀ ਗੱਲ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਨਵਾਬ ਸਾਹਿਬ ਜੀ ਉਹ ਸਦਕੇ ਜ਼ਰੂਰ ਜਾਵਾਂਗੇ, ਪਰ ਜਾਣਾ ਕੀ ਕਰਨਾ ਉੱਥੇ ਇਹ ਦੱਸੋ। ਕਹਿਣ ਲੱਗੇ ਜਾਣਾ ਕੀ ਕਰਨਾ ਉੱਥੇ? ਉੱਥੇ ਖੁਦਾ ਦੀ ਕਲਾਵਤ ਕਰਾਂਗੇ, ਇਬਾਦਤ ਕਰਾਂਗੇ ਉਹਦੀ। ਬਾਬਾ ਜੀ ਕਹਿੰਦੇ ਜ਼ਰੂਰ। ਫਿਰ ਠੀਕ ਹੈ, ਖੁਦਾ ਪ੍ਰਸਤਗੀ ਤੇ ਹੋਣੀ ਚਾਹੀਦੀ ਬੰਦੇ 'ਚ। ਬੰਦਗੀ ਹਰ ਬੰਦੇ ਦਾ ਜਿਹੜਾ ਹੈਗਾ ਇਹ ਫਰਜ਼ ਆ। ਚਲੋ ਸਾਰੇ ਨਗਰ 'ਚ ਚਰਚਾ ਹੋ ਗਈ, ਨਾਨਕ ਮਸੀਤੇ ਵੜ ਗਿਆ, ਮੇਨ ਕਨਵਰਟ ਹੋ ਗਿਆ, ਤੇ ਕੰਮ ਹੋ ਗਿਆ ਖਰਾਬ, ਸਾਰੇ ਦਾ ਸਾਰਾ ਕੰਮ ਜਿਵੇਂ ਹੋ ਜਾਂਦਾ। ਜਦੋਂ ਅੰਦਰ ਗਏ ਤਾਂ ਉੱਥੇ ਕਹਿੰਦੇ ਨੇ ਕਾਜ਼ੀ ਨੇ ਅੱਗੇ ਵੱਧ ਕੇ ਨਮਾਜ਼ ਵਾਸਤੇ ਅਗਵਾਈ ਕੀਤੀ। ਪਿੱਛੇ ਨਵਾਬ ਬੈਠਾ ਆ, ਗੁਰੂ ਨਾਨਕ ਸਾਹਿਬ ਨਾਲ ਬੈਠੇ ਨੇ, ਜਿਵੇਂ ਮੁਸੱਲੇ ਵਿਛਾਏ ਨੇ ਉਹਨਾਂ ਨੇ, ਤੇ ਉਹ ਆਪਣਾ ਸਿਜਦੇ 'ਚ ਜਾਂਦੇ, ਕਲੌਤ ਕਰਦੇ, ਜਿਵੇਂ ਉੱਠਦੇ ਬੈਠਦੇ ਸਾਰਾ ਕੁਛ। ਬਾਬਾ ਨਾਨਕ ਜੀ ਇੱਕ ਸਾਈਡ 'ਤੇ ਬੈਠੇ ਹੋਏ ਮੁਸਕਰਾਉਂਦੇ ਰਹੇ। ਜਦੋਂ ਨਮਾਜ਼ ਦੀ ਕਿਰਿਆ ਖਤਮ ਹੋਈ ਤੇ ਹੁਣ ਆਖਰਕਾਰ ਨਵਾਬ ਦੌਲਤ ਖਾਂ ਆਪ ਇਨਵੀਟੇਸ਼ਨ ਦੇ ਕੇ ਲੈ ਕੇ ਆਇਆ ਸੀ ਬਾਬਾ ਜੀ ਨੂੰ। ਉਹਨੂੰ ਲੱਗਾ ਇਹਨਾਂ ਨੇ ਮਤਲਬ ਮੇਰੀ ਤੋਹੀਨ ਕੀਤੀ ਹੈ, ਮੈਂ ਬੁਲਾਇਆ ਸੀਗਾ, ਪਰ ਹੁਣ ਪਿਆਰ ਬੜਾ ਕਰਦਾ ਸੀ। ਕੁਝ 2 ਦਿਨ ਬਾਅਦ ਗੁਰੂ ਨਾਨਕ ਸਾਹਿਬ ਵੈਸੇ ਹੀ ਜਿਹੜਾ ਹੈਗਾ ਵੇਂਚ ਬਾਹਰ ਆਏ ਸੀਗੇ, ਸਾਰੀ ਬਾਤ ਹੋਈ। ਉਹ ਖੈਰ ਉਹ ਜਿਵੇਂ ਹੀ ਆਪਣੇ ਹੱਥਾਂ ਨੂੰ ਆਪਣੇ ਅੱਖਾਂ 'ਤੇ ਲਿਜਾ ਕੇ ਇਸ ਤਰੀਕੇ ਦੇ ਨਾਲ ਆਪਣੀ ਨਮਾਜ਼ ਮੁਕਾਉਂਦਾ ਆ, ਬੋਸੇ ਲੈ ਕੇ ਹੱਥਾਂ ਦੇ ਹੱਥ ਥੱਲੇ ਕਰਦਾ ਹੈ, ਤੇ ਨਾਲ ਹੀ ਉੱਚੀ ਸਾਰੀ ਆਵਾਜ਼ ਦੇ ਕੇ ਕਹਿੰਦਾ ਨਾਨਕ ਜੀ ਸਭ ਕਹਿਣ ਦੀਆਂ ਗੱਲਾਂ ਨੇ, ਕੌਣ ਮੰਨਦਾ ਆ ਵੀ ਹਿੰਦੂ ਮੁਸਲਮਾਨ ਇੱਕ ਹੀ ਆ ਉਸ ਰੂਪ ਦੇ ਵਿੱਚ? ਕੋਈ ਨਹੀਂ ਮੰਨਦਾ, ਇਹ ਸਭ ਕਹਿਣ ਦੀਆਂ ਗੱਲਾਂ ਨੇ। ਬਾਬਾ ਨਾਨਕ ਜੀ ਕਹਿੰਦੇ ਨਵਾਬ ਸਾਹਿਬ ਪਤਾ 2 ਗੱਲਾਂ ਆਪ ਨਹੀਂ ਕਰੀ ਦੀਆਂ, ਜਾਂ ਤੇ ਇਕੱਲਾ ਸਵਾਲ ਕਰੋ ਤੇ ਜਵਾਬ ਲਵੋ,
ਜਾਂ ਮੇਰੇ ਤੋਂ ਸਵਾਲ ਲਵੋ ਤੇ ਜਵਾਬ ਦਿਓ, ਸਵਾਲ ਵੀ ਆਪ ਕਰੋ ਜਵਾਬ ਵੀ ਆਪ ਦਿਓ, ਇਹ ਤੇ ਗੱਲ ਠੀਕ ਨਹੀਂ ਨਾ। ਸਵਾਲ ਤੁਹਾਡਾ ਹੋਏ, ਮੈਂ ਜਵਾਬ ਦਿਆਂਗਾ। ਉਹ ਕਹਿੰਦੇ ਫਿਰ ਸਵਾਲ ਤਾਂ ਇਤਨਾ ਹੀ ਹੈ ਕਿ ਮੇਰੇ ਕਹੇ ਤੇ ਮੈਨੂੰ ਨਾ ਨਹੀਂ ਕਰ ਸਕੇ ਤੁਸੀਂ, ਮੇਰੇ ਮਾਣ ਕਰਕੇ, ਮੇਰੀ ਇੱਜ਼ਤ ਕਰਕੇ, ਮੇਰੇ ਕਹੇ ਤੇ ਇੱਥੇ ਤੇ ਆ ਗਏ ਹੋ ਮਸੀਹ ਤੇ, ਪਰ ਆ ਕੇ ਮਨ ਤੇ ਨਹੀਂ ਨਾ ਮੰਨਿਆ, ਮਨ ਤੇ ਨਹੀਂ ਨਾ ਮੰਨਿਆ, ਸਿਜਦੇ 'ਚ ਹੱਥ ਚੁੱਕਾ ਇਸ ਰੂਪ ਦੇ ਵਿੱਚ। ਬਾਬਾ ਨਾਨਕ ਜੀ ਹੱਸ ਕੇ ਕਹਿਣ ਲੱਗੇ ਨਵਾਬ ਸਾਹਿਬ ਤੇ ਗਲਤ ਇਲਜ਼ਾਮ ਤਰਾਸ਼ੀ ਹੈ, ਐਵੇਂ ਨਹੀਂ ਕਹਿ ਸਕਦੇ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਮੈਨੂੰ ਉੱਥੇ ਕੀ ਕਹਿ ਕੇ ਲੈ ਕੇ ਆਏ ਸੀ? ਇਹੀ ਕਿਹਾ ਸੀ ਨਮਾਜ਼ ਪੜਾਂਗੇ। ਗੁਰੂ ਸਾਹਿਬ ਕਹਿੰਦੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਾਹਦੇ ਵਾਸਤੇ? ਤੁਸੀਂ ਕਿਹਾ ਸੀਗਾ ਖੁਦਾ ਦੀ ਕਲਾਵਤ ਕਰਾਂਗੇ, ਖੁਦਾ ਦਾ ਨਾਂ ਲਵਾਂਗੇ, ਖੁਦਾ ਨੂੰ ਯਾਦ ਕਰਾਂਗੇ। ਕਹਿਣ ਲੱਗੇ ਹਾਂ ਬਿਲਕੁਲ, ਇਹ ਇਹਦੇ ਵਾਸਤੇ ਆਏ ਸੀਗੇ ਤੇ ਇਹੀ ਤੇ ਕੀਤਾ। ਬਾਬਾ ਜੀ ਕਹਿੰਦੇ ਨਵਾਬ ਸਾਹਿਬ ਐਵੇਂ ਕਿਉਂ ਕਰ ਰਹੇ ਹੋ, ਸੱਚ ਬੋਲੋ, ਕਿੱਥੇ ਖੁਦਾ ਤੇ ਕਿੱਥੇ ਖੁਦਾ ਦੀ ਯਾਦ? ਅੰਦਰ ਕੀ ਚੱਲ ਰਿਹਾ ਸੀ ਇਹ ਦੱਸੋ। ਮੈਨੂੰ ਕਿਹਾ ਸੀ ਮੈਂ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹੋ, ਕਿਹਦੇ ਨਾਲ ਪੜ੍ਹਦਾ? ਤੁਹਾਡਾ ਮਨ ਤੇ ਕਿਤੇ ਘੋੜੇ ਖਰੀਦਦਾ ਫਿਰਦਾ ਕਾਬਲ ਵਿੱਚ ਸਾਰਾ। ਇੱਕਦਮ ਨਵਾਬ ਹੋਸ਼ ਵਿੱਚ ਆਇਆ, ਕਹਿਣ ਲੱਗਾ ਹਾਂ ਨਾਨਕ ਸਾਹਿਬ ਗੱਲ ਠੀਕ ਹੈ ਤੁਹਾਡੀ, ਬਿਲਕੁਲ ਅੰਦਰ ਜਿਹੜੀ ਮੈਂ ਉਹਦੀ ਰਾਤਾਂ ਜਿੱਥੇ ਮਨ ਰੱਤਿਆ ਆ। ਜਦੋਂ ਇਹ ਬਾਤ ਹੋਈ ਕਾਜ਼ੀ ਨੇ ਕਿਹਾ ਹੱਦ ਹੋ ਗਈ, ਨਵਾਬ ਹੀ ਹੱਥ ਕੇ ਲੱਗ ਗਿਆ ਤੇ ਕੰਮ ਹੀ ਸਾਰਾ ਖਰਾਬ ਹੋ ਗਿਆ। ਉਹ ਵਿੱਚ ਹੀ ਟੋਕਦਾ ਹੋਇਆ ਕਹਿਣ ਲੱਗਾ ਉਹ ਨਾਨਕ ਸਾਹਿਬ ਤੁਸੀਂ ਨਵਾਬ ਸਾਹਿਬ ਨਾਲ ਨਹੀਂ ਸੀ ਪੜ੍ਹਨੀ ਨਮਾਜ਼, ਤੇ ਮੇਰੇ ਨਾਲ ਪੜ੍ਹ ਲੈਣੀ ਸੀ, ਮੈਂ ਵੀ ਤੇ ਪੜ੍ਹ ਹੀ ਰਿਹਾ ਸੀਗਾ। ਤੇ ਹੱਦ ਹੋ ਗਈ, ਜ਼ਰੂਰੀ ਤਾਂ ਨਹੀਂ ਵੀ ਮੇਰੇ। ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਕਾਜ਼ੀ ਜੀ ਮੈਂ ਤੇ ਤੁਹਾਡੇ ਧਾਰਮਿਕ ਲਿਬਾਸ ਦਾ ਲਿਹਾਜ਼ ਕਰ ਰਿਹਾ ਸੀਗਾ, ਕਾਹਦੇ ਲਈ ਐਵੇਂ ਪਾਜ ਉਗੇੜਨਾ ਆ? ਕਿਉਂਕਿ ਬੰਦਾ ਧਰਮੀ ਦਿਸਦਾ ਆ, ਧਰਮੀ ਹੁੰਦਾ ਨਹੀਂ। ਜਦੋਂ ਇਹ ਬਾਤ ਕਹੀ ਤੇ ਕਾਜ਼ੀ ਕਹਿੰਦਾ ਕੀ ਕਹਿ ਰਹੇ ਹੋ? ਬਾਬਾ ਜੀ ਕਹਿਣ ਲੱਗੇ ਕਿਉਂ ਰਾਤ ਦਾ ਜਿਹੜਾ ਘੋੜੀ ਦਾ ਬੱਚਾ ਘਰ ਆ, ਫਿਕਰ ਨਹੀਂ ਲੱਗਾ ਵੀ ਉਹ ਪਤਾ ਨਹੀਂ ਉਹਨੂੰ ਬੰਨ੍ਹ ਕੇ ਆਇਆ ਕਿ ਨਹੀਂ ਆਇਆ, ਪਤਾ ਨਹੀਂ ਉਹ ਖੂਹ 'ਚ ਨਾ ਡਿੱਗ ਜੇ। ਉਹ ਸਾਰੀ ਬਾਤ ਜਦੋਂ ਕਾਜ਼ੀ ਕਹਿੰਦਾ ਵਾਕਿਆ ਜੀ। ਹੁਣ ਆਹ ਜਿਹੜੀ ਗੱਲ ਆ ਐਕਚੁਅਲ ਲੈਵਲ ਤੇ ਦੇਖੋ, ਸਾਖੀ ਬਹੁਤ ਕੁਝ ਬਿਆਨ ਕਰਦੀ ਹੈ। ਸਾਖੀ ਇਹ ਦੱਸਦੀ ਹੈ ਜਿਹੜੀ ਮਨ ਦੀ ਦੁਨੀਆ ਆ, ਇਹਦਾ ਠਹਿਰਾ, ਇਹਦਾ ਟਿਕਾ, ਇਹੀ ਬੰਦਗੀ, ਇਹੀ ਭਗਤੀ ਹੈ। ਜਿੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ ਹੈ ਨਾ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ। ਮੈਂ ਕਿਹਾ ਮਨ ਦੀ ਦੁਨੀਆ ਨੂੰ ਟਿਕਾਓ, ਉਹਨੂੰ ਉਸ ਪਾਸੇ ਲੈ ਕੇ ਜਾਓ, ਜਿਹੜਾ ਕੰਮ ਕਰ ਰਹੇ ਆ ਉਹਦੇ ਵਿੱਚ ਮਨ ਹੋਏ। ਗੱਲ ਇਹ ਹੈ ਹੁਣ ਮਨ ਦੀ ਦੁਨੀਆ ਦੇ ਵਿੱਚ ਖੁਰਾਫਾਤ ਆ, ਔਗਣ ਨੇ, ਉਹ ਸਭ ਉਹਨਾਂ ਨੂੰ ਜਦੋਂ ਮੈਨੀਫੈਸਟ ਕਰੋਗੇ ਅੱਗੋਂ ਚੋਟਾਂ ਮਿਲਣਗੀਆਂ, ਸੱਟਾਂ ਮਿਲਣਗੀਆਂ, ਡਰ ਲੱਗੇਗਾ। ਤੇ ਜੇ ਬਾਹਰ ਉਹ ਕਰ ਨਹੀਂ ਸਕਦੇ ਤੇ ਮਨ ਵਿੱਚ ਕਿਉਂ ਲੈ ਕੇ ਬੈਠੇ ਆ? ਛੱਡ ਦਿਓ, ਸਿੰਪਲ ਆ ਰੂਪ ਆ। ਜਿਹੜੀ ਚੀਜ਼ ਬਾਹਰ ਜ਼ਾਹਰਾ ਤੌਰ ਤੇ ਕੀਤੀਆਂ ਸਾਨੂੰ ਲੱਗਦਾ ਠੀਕ ਨਹੀਂ, ਮਨ ਦੀ ਦੁਨੀਆ ਵਿੱਚ ਵੀ ਉਹ ਨਾ ਹੋਏ। ਇਹ ਹੈ ਸੈਲਫ ਕਲੈਂਜਿੰਗ ਕਰਨੀ, ਝਾੜੂ ਮਾਰਨਾ। ਗੁਰੂ ਬਾਬਾ ਜੀ ਕਹਿੰਦੇ ਜਦੋਂ ਮਨ ਦੀ ਦੁਨੀਆ ਦੇ ਵਿੱਚ ਸੱਚ ਰਤ ਗਿਆ, ਤਬਦੀਲੀ ਆਈ। ਹੁਣ ਕੀ ਹੈ? ਗੁਣ ਰਵੈ ਮਨ ਭਾਵੈ ਸੋਈ। ਗੁਣ ਰਵ ਗਏ ਤੇ ਮਨ ਨੂੰ ਇਹੀ ਚੰਗਾ ਲੱਗਣ ਲੱਗ ਗਿਆ। ਮਨ ਹੋਰ ਕਿਸੇ ਦੁਨੀਆ 'ਚ ਨਹੀਂ ਲੱਗਦਾ। ਇਸੇ ਜੋ ਬਾਹਰ ਕਰਨਾ ਆ ਉਹਨੂੰ ਹੀ ਸੋਚਦਾ, ਉਹਨੂੰ ਵਿਚਾਰਦਾ। ਸਟੇ ਇਨ ਪ੍ਰੈਜ਼ੈਂਟ, ਹੇਅਰ ਐਂਡ ਨਾਓ, ਇਸ ਸਿਚੁਏਸ਼ਨ 'ਚ ਆਉਣਾ ਸ਼ੁਰੂ ਹੋ ਗਿਆ ਤੇ ਬਿਲਕੁਲ ਆਤਮ ਅਲਾਈਨ ਹੋ ਗਿਆ ਉਸ ਥਾਟ ਦੇ ਨਾਲ। ਉਹਦੀ ਬਾਤ ਹੋ ਰਹੀ ਹੈ। ਅਗਲਾ ਬਚਨ ਲਿਖਿਆ, ਗੁਰੂ ਕੀ ਪੌੜੀ ਸਾਚ ਕੀ। ਇਹ ਗੁਰੂ ਦੀ ਪੌੜੀ ਹੈ। ਪਲੇਨ ਰਾਹ ਤੇ ਚੱਲਣਾ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਪੌੜੀ ਤੇ ਚੜ੍ਹਨਾ ਔਖਾ ਹੁੰਦਾ। ਕਿਉਂਕਿ ਜੋ ਤੁਸੀਂ ਸਟੇਅਰਸ ਤੇ ਚੜ੍ਹ ਰਹੇ ਹੈਗੇ ਹੋ, ਜਾਂ ਤੁਸੀਂ ਕੋਈ ਜਿਹੜਾ ਹੈਗਾ ਲੈਡਰ ਯੂਜ਼ ਕਰ ਰਹੇ ਹੈਗੇ ਹੋ, ਉਹਦੇ ਵਿੱਚ ਯੂ ਹੈਵ ਟੂ ਪੁੱਟ ਐਕਸਟਰਾ ਐਫਰਟ ਟੂ ਸਟੈਪ ਅਪ। ਪੈਰ ਉੱਪਰ ਚੁੱਕਣ ਵਾਸਤੇ ਤੁਹਾਨੂੰ ਥੋੜ੍ਹੀ ਜਿਹੀ ਐਬਿਲਿਟੀ, ਥੋੜ੍ਹੀ ਜਿਹੀ ਐਕਸਟਰਾ ਜਿਹੜੀ ਹੈ ਸਟਰੈਂਥ ਚਾਹੀਦੀ ਹੁੰਦੀ ਹੈ। ਆਮ ਹਾਲਤਾਂ 'ਚ ਦੁਨੀਆਦਾਰੀ ਤੇ ਚੱਲੀ ਜਾਂਦੀ ਹੈ, ਕੀ ਘੱਟ ਕੀ ਵੱਧ। ਜਦੋਂ ਤੁਸੀਂ ਸਪਿਰਿਚੁਅਲ ਸਾਈਡ ਤੋਂ ਕਿਤੇ ਅੰਗੇਜ ਕਰਨਾ ਹੈ, ਫਿਰ ਐਕਸਟਰਾ ਐਫਰਟ ਪਾਉਣੀ ਪਏਗੀ। ਫਿਰ ਕੁਝ ਨਾ ਕੁਝ, ਮੈਂ ਫਿਰ ਬੇਨਤੀ ਕਰਾਂਗਾ, ਪਾਠ ਕਰਨਾ, ਮੈਡੀਟੇਸ਼ਨ ਕਰਨਾ, ਗੁਰਦੁਆਰੇ ਦੀ ਸੰਗਤ ਕਰਨਾ ਵੀ ਇਟਸ ਅ ਸੀਰੀਅਸ ਬਿਜ਼ਨਸ। ਇਕੱਲੀ ਇੰਟਰਟੇਨਮੈਂਟ ਨਹੀਂ ਹੈਗੀ। ਬੰਦਾ ਹੈ ਕਿ ਚਲੋ ਕੋਈ ਥੋੜ੍ਹੀ ਦੇਰ ਲਈ ਚਲੋ, ਜਾਂ ਨਾ ਇਹ ਕਿਸੇ ਸੁਪਰਸਟੀਸ਼ੀਅਸ ਇਕੱਲੇ ਬਲੀਵ ਨਾਲ ਹੀ ਆਉਂਦੀ ਹੈ। ਉਹਦੇ ਲਈ ਵਕਤੀ ਤੌਰ 'ਤੇ ਆਏਗੀ ਤੇ ਬਲਕਿ ਫਰਸਟ੍ਰੇਸ਼ਨ ਵਧੇਗੀ, ਕਿਉਂਕਿ ਅੰਦਰ ਬਲੀਵ ਇਹ ਸੀਗਾ ਕਿ ਮੈਂ ਪਾਠ ਕਰ ਰਿਹਾ ਤੇ ਮੇਰਾ ਕੰਮ ਹੋ ਜਾਏਗਾ, ਉਹ ਹੋ ਨਹੀਂ ਰਿਹਾ। ਅਜੀਬ ਹਾਲਤ ਹੈ। ਬੰਦੇ ਨੂੰ ਖੁਦ ਨਹੀਂ ਪਤਾ ਲੱਗ ਰਿਹਾ, ਪਾਠ ਦੇ ਪ੍ਰਤੀ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਇਹ ਤੇ ਉਸ ਤੋਂ ਵੀ ਜ਼ਿਆਦਾ ਗਿਲਟ ਪੈਦਾ ਕਰੇਗੀ ਵੱਡੇ ਲੈਵਲ 'ਤੇ। ਇਸ ਕਰਕੇ
ਇਹ ਚੀਜ਼ ਵਾਸਤੇ ਇਹ ਬੜਾ ਸੀਰੀਅਸ ਬਿਜ਼ਨਸ ਹੈ। ਇਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ, ਸੰਗਤ ਬੜੀ ਜ਼ਰੂਰੀ। ਜਿਵੇਂ ਹੁਣੀ ਕਰ ਰਹੇ ਆਪਾਂ ਆ ਸਾਰੀ ਗੱਲ ਕਰ ਰਹੇ ਹਾਂ, ਤੇ ਸੱਚ ਚੇਤੇ ਰੱਖੀਏ, ਮਨ ਤੇ ਪ੍ਰਭਾਵ ਪਏਗਾ, ਤੁਹਾਡੇ ਤੇ ਵੀ ਮੇਰੇ ਤੇ ਵੀ। ਇਹੀ ਹੈ ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ। ਮਹਾਰਾਜ ਕਹਿੰਦੇ ਗੁਰ ਕੀ ਪੌੜੀ ਸਾਚ ਕੀ, ਇਹ ਪੌੜੀ ਹੈ ਸੱਚ ਦੀ, ਇਹ ਤੇ ਐਕਸਟਰਾ ਐਬਿਲਿਟੀ, ਐਕਸਟਰਾ ਸਟਰੈਂਥ ਲਾ ਕੇ ਚੜ੍ਹਨਾ ਪਏਗਾ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਕਈ ਵਾਰ ਬੰਦਾ ਆਪਣੇ ਆਪ ਨੂੰ ਭੁਲੇਖਾ ਹੀ ਪਾਈ ਜਾਂਦਾ ਵੀ ਹਾਂ ਮਤਲਬ ਹੈਪੀਨੈਸ ਫੀਲ ਕਰ ਰਿਹਾ, ਹੈ ਨਹੀਂ ਗੀ। ਬੰਦੇ ਨੂੰ ਜੇ ਡੀਪ ਲੈਵਲ ਤੇ ਦੇਖੋਗੇ ਨਾ ਤੁਸੀਂ, ਤੇ ਬੰਦਾ ਵਿਦਆਊਟ ਐਨੀ ਰੀਜ਼ਨ ਸੈਡ ਆ, ਤੇ ਈਵਨ ਸੈਡ ਤੋਂ ਵੀ ਵੱਧ ਕੇ ਫਰਸਟ੍ਰੇਸ਼ਨ ਵਿੱਚ ਹੈ। ਜਿਹੜੀ ਕਹਿ ਵੀ ਰਿਹਾ ਥੋੜਾ ਬਹੁਤਾ ਮੈਂ ਖੁਸ਼ ਹਾਂ, ਜੇ ਡੀਪ ਲੈਵਲ ਤੇ ਦੇਖੋ ਕਈ ਵਾਰੀ ਨਹੀਂ ਹੁੰਦਾ ਉਹ ਚੀਜ਼। ਜਿਹੜੀ ਸੱਚੀ ਖੁਸ਼ੀ ਹੈ ਇਹ ਤੇ ਆਪਣੇ ਆਪੇ ਨੂੰ ਸੁਧਾਰ ਕੇ, ਸਵਾਰ ਕੇ, ਬਣਾ ਕੇ ਤੇ ਸਹੀ ਕਰਕੇ ਆਏਗੀ। ਅਦਰਵਾਈਜ਼ ਖੁਸ਼ੀ ਦਾ ਭੁਲੇਖਾ ਹੀ ਰਹੇਗਾ। ਉਹਦੀ ਬਾਤ ਕੀਤੀ ਗੁਰੂ ਬਾਬਾ ਜੀ ਨੇ। ਅਗਲਾ ਬਚਨ ਲਿਖਿਆ ਹੈ, ਸੁਖ ਸਹਿਜ ਆਵੈ ਸਾਚ ਭਾਵੈ। ਸੁਖ ਤੇ ਸਹਿਜ ਆ ਜਾਂਦੇ ਨੇ। ਇਹ ਮਹਿਮਾਨ ਐਸੇ ਨੇ, ਹੈਗੇ ਤੇ ਬੜੇ ਨਖਰੂ ਨੇ, ਸੁਖ ਵੀ ਤੇ ਸਹਿਜ ਵੀ, ਇਹ ਛੇਤੀ ਕਰਕੇ ਨਹੀਂ ਆਉਂਦੇ। ਬੰਦਾ ਕਾਲਾ ਪੈ ਜਾਂਦਾ ਹੈ, ਜਿਹਨੂੰ ਕਿਹਾ ਜਾਏ ਨਾ ਕਿ ਤੁਰਤ ਫੁਰਤ, ਬੜਾ ਇੱਕਦਮ ਕਾਲਾ ਪੈ ਕੇ, ਤੇ ਜਿੱਥੇ ਕਾਲੇ ਪਏ ਨਹੀਂ ਅਸੀਂ, ਤੇ ਉੱਥੇ ਨੁਕਸਾਨ ਹੋਇਆ ਨਹੀਂਗਾ। ਉਹ ਭਾਵੇਂ ਬੋਲਣ ਵਿੱਚ ਹੈ, ਭਾਵੇਂ ਕੰਮ ਕਰਨ ਵਿੱਚ ਹੈ, ਕਿਸੇ ਰੂਪ ਦੇ ਵਿੱਚ। ਪਰ ਇਹ ਮਹਿਮਾਨ ਹੈ ਬੜੇ ਨਖਰੂ, ਆਉਂਦੇ ਨਹੀਂ ਗੇ, ਨਾ ਸੁਖ ਨਾ ਸਹਿਜ। ਪਰ ਗੁਰੂ ਸਾਹਿਬ ਕਹਿੰਦੇ ਹਕੀਕਤ ਇਹ ਹੈ, ਸੁਖ ਸਹਿਜ ਆਵੈ ਸਾਚ ਭਾਵੈ। ਜੇ ਸਾਨੂੰ ਪਹਿਲਾਂ ਆਪਣੇ ਆਪ ਨੂੰ ਸੱਚ ਦੇ ਵਿੱਚ ਲੈ ਕੇ ਜਾਣਾ, ਸੋਚ ਨੂੰ ਮਰਜ ਕਰਨਾ ਚੰਗਾ ਲੱਗ ਜਾਏ। ਸਾਚ ਕੀ ਮਤ ਕਿਉਂ ਟਲੈ। ਜਿਹੜੀ ਸੱਚ ਦੀ ਮੱਤ ਆ ਨਾ, ਮੱਤ ਵੀ ਰਿਫਲੈਕਟ ਹੋ ਕੇ ਆਉਂਦੀ ਹੈ। ਬੰਦਾ ਕਈ ਵਾਰੀ ਕਹਿੰਦਾ ਵੀ ਆਹ ਮੱਤ ਤੂੰ ਕਿਹਦੇ ਕੋਲ ਲੈ ਲਈ ਭਾਈ। ਮੇਨ ਜਿਹੜੀ ਸਾਡੀ, ਜਿਹੜਾ ਥਾਟ ਸਾਡਾ ਵਿਲ ਪਾਵਰ ਦੇ ਨਾਲ ਅੰਗੇਜ ਹੋ ਕੇ, ਇੱਛਾ ਸ਼ਕਤੀ ਦੇ ਨਾਲ ਮਿਲ ਕੇ ਐਕਸ਼ਨ ਵਿੱਚ ਕਨਵਰਟ ਹੁੰਦਾ ਹੈ, ਉਹ ਸਾਡੀ ਮੱਤ ਹੈ। ਫਿਰ ਦੇਖਣਾ ਧਿਆਨ ਦੇ ਨਾਲ, ਹੈਗਾ ਥਾਟ ਹੀ ਹੈ, ਥਾਟ ਮਾੜਾ ਆ ਚੰਗਾ ਆ, ਪਰ ਉਹ ਮੈਨੀਫੈਸਟ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਇੱਛਾ ਸ਼ਕਤੀ ਨਹੀਂ ਨਾਲ ਰਲੀ। We have an idea, but we don't have willpower, then that's not going to be manifest. If we really want to manifest, then we need willpower, strength. ਇੱਥੇ ਮੱਤ ਆ ਜਾਂਦੀ ਹੈ। ਇਹਨਾਂ ਦੋਨਾਂ ਦਾ ਸੁਮੇਲ, ਤੇ ਜੇ ਤੁਸੀਂ ਸ਼ਬਦ ਕੋਸ਼ਾਂ 'ਚ ਦੇਖੋਗੇ ਨਾ, ਮੰਮੇ ਤੇ ਤੱਤੇ ਦਾ, ਮਾਂ ਤੇ ਤਾ, ਮੈਂ ਤੇ ਤੂੰ ਦਾ ਸੁਮੇਲ ਮੱਤ ਬਣਦਾ ਆ। ਜਿੱਥੇ ਬੰਦੇ ਨੂੰ ਇੱਕ ਐਕਸਟਰਾ ਸਪੋਰਟ ਮਿਲਦੀ ਹੈ, ਉਹ ਚੀਜ਼ ਮੈਨੀਫੈਸਟ ਹੋ ਜਾਂਦੀ ਹੈ। ਇੱਥੇ ਜ਼ਿਕਰ ਆ ਰਿਹਾ ਹੈ, ਸਾਚ ਕੀ ਮਤ ਕਿਉਂ ਟਲਾ ਹੈ। ਵੈਸੇ ਤੇ ਕੂੜ ਦੀ ਮਤ ਵੀ ਨਹੀਂ ਟਲਦੀ, ਪਰ ਕਿਤੇ ਕਿਤੇ ਟਲ ਜਾਂਦੀ ਹੈ। ਬੰਦਾ ਜਿਹੜਾ ਹੈਗਾ, ਜਿਹਨੂੰ ਕਿਤੇ ਨਾ ਕਿਤੇ ਅੰਦਰ ਆਵਾਜ਼ ਆ ਰਹੀ, ਗਲਤ ਹੈ, ਨਹੀਂ ਕੀਤਾ ਜਾਏ, ਨਹੀਂ ਕੀਤਾ ਜਾਏ। ਪਰ ਜਦੋਂ ਸੱਚ ਬਹੁਤ ਜ਼ੋਰਾਵਰ ਅੰਦਰ ਆ ਜਾਏ, ਫਿਰ ਉਹ ਨਹੀਂ ਟਲਦਾ। ਬੰਦੇ ਦੀ ਤਬਦੀਲੀ ਲਾਜ਼ਮੀ ਹੈ, ਬਦਲਾਅ ਹੋਏਗਾ। ਉਹ ਜਿਹੜਾ ਹੈ ਉਹਦੇ 'ਚ ਯਕੀਨਨ ਤੌਰ ਤੇ ਉਹਦੇ 'ਚ ਖਾਲਿਸ ਵਿਹਾਰ, ਬਿਲਕੁਲ ਪਿਓਰ ਬਿਹੇਵੀਅਰ, that is gonna occur, that is gonna, we can witness it. ਬਚਨ ਕੰਟੀਨਿਊ ਆ, ਮੈਂ ਅਹਿਸਾਸ ਕਰ ਸਕਦਾ ਇਹ ਬਹੁਤ ਇੰਪੋਰਟੈਂਟ ਤੇ ਬਹੁਤ ਸਾਡੀ ਡੇ ਟੂ ਡੇ ਲਾਈਫ ਵਿੱਚ ਕੰਮ ਆਉਣ ਵਾਲਾ ਸਾਰਾ ਸਕੂਲ ਹੈ ਜਿਹੜਾ ਅੱਜ ਚੱਲਣਾ ਹੈ ਇਹ ਸ਼ਬਦ ਵਿੱਚ, ਇਸ ਰੂਪ ਦੇ ਵਿੱਚ ਆ। ਇਹਦੀ ਵਿਚਾਰ ਆਉਂਦੇ ਕੱਲ੍ਹ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੋ ਗਿਆ। ਇੱਥੇ ਹੀ ਭੁੱਲਾਂ ਲਈ ਮਾਫੀ ਦਿੰਦੇ ਹੋਏ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।